नैक्सट अपनी प्रॉपर्टी है प्रॉपर्टी 6, tan इनवर्स x प्लस tan इनवर्स y इक्वल्स टू tan इनवर्स x प्लस y अपॉन 1 माइनस एक्स वाई। tan इनवर्स x माइनस tan इनवर्स y इक्वल्स टू tan इनवर्स x माइनस y अपॉन 1 प्लस एक्स वाई। असल च बेटे ये ਉਹੀ ਫਾਰਮੂਲੇ ਜਿਹੜੇ ਅਸੀਂ ਪਿਛਲੇ ਸਾਲ +1 ਦੇ ਵਿੱਚ tan ਦੇ a b ਫਾਰਮੂਲੇ ਕੀਤੇ ਸੀਗੇ। tan a plus b ਇਕੁਅਲਸ ਟੂ ਕਾਹਦੇ ਸੀਗਾ tan a plus tan b अपॉन 1 माइनस tan a tan b। ਤਾਂ a plus b ਦੀ ਜੇ ਅਸੀਂ ਵੈਲਿਊ ਫਾइंड ਕਰਨੀ ਤਾਂ tan ਉਧਰ ਲੈ ਜਾਈਏ, tan ਉਧਰ ਜਾਵਾਂਗੇ ਤਾਂ ਹੋ ਜਾਏਗਾ tan ਇਨਵਰਸ ਆ ਸਾਰੇ ਦਾ ਜੋ ਚੀਜ਼ ਇੱਥੇ ਉਹਦਾ ਇਨਵਰਸ ਹੋ ਜਾਏਗਾ। ਤਾਂ tan ਇਨਵਰਸ ਆਫ tan a tan b 1 ਮਾਈਨਸ tan a tan b, ਠੀਕ ਹੈ ਨਾ। ਤਾਂ ਹੁਣ ਅਸੀਂ ਕੀ ਕਰਦੇ ਹਾਂ, ਲੈਟ ਕਰਦੇ ਹਾਂ tan a ਇਕੁਅਲਸ ਟੂ x ਐਂਡ tan b ਇਕੁਅਲਸ ਟੂ y। ਤਾਂ tan a ਇਕੁਅਲਸ ਟੂ x ਹੈ ਤੇ ਜੇ tan ਨੂੰ ਇੱਧਰ ਲੈ ਜਾਈਏ ਤਾਂ a ਇਕੁਅਲਸ ਟੂ tan ਇਨਵਰਸ x ਹੋ ਜਾਏਗਾ। ਤਾਂ a ਇਕੁਅਲਸ ਟੂ tan ਇਨਵਰਸ, ਇਸੇ ਤਰ੍ਹਾਂ ਇੱਧਰੋਂ tan ਇੱਧਰ ਲੈ ਜਾਈਏ ਇਨਵਰਸ ਲੈ ਜਾਈਏ ਬਣਾ ਦਈਏ ਉੱਧਰ ਜਾ ਕੇ ਤਾਂ b ਇਕੁਅਲਸ ਟੂ tan ਇਨਵਰਸ y ਹੋ ਜਾਏਗਾ, ਠੀਕ ਹੈ ਨਾ। ਹੁਣ ਇਹ ਸਾਰੀਆਂ ਵੈਲਿਊਜ਼ ਅਸੀਂ ਇਹਦੇ ਵਿੱਚ ਫਸਟ ਰਿਲੇਸ਼ਨ ਦੇ ਵਿੱਚ ਪੁੱਟ ਕਰ ਦਾਂਗੇ। ਤਾਂ tan ਇਨਵਰਸ a ਦੀ ਥਾਂ ਤੇ ਆ ਜਾਊਗਾ tan ਇਨਵਰਸ b ਦੀ ਥਾਂ ਤੇ ਆ ਜਾਊਗਾ tan ਇਨਵਰਸ y, tan a ਦੀ ਥਾਂ ਤੇ ਆ ਜਾਊਗਾ x, tan b ਦੀ ਥਾਂ ਤੇ ਆ ਜਾਊਗਾ y, ਤੇ ਹੋ ਜਾਊਗਾ tan ਇਨਵਰਸ x ਪਲਸ tan ਇਨਵਰਸ y ਇਕੁਅਲਸ ਟੂ tan ਇਨਵਰਸ x ਪਲਸ y अपॉन 1 ਮਾਈਨਸ एक्स वाई, ਠੀਕ ਹੈ। ਸੋ ਇਹ ਕੀ ਹੋ ਗਿਆ, ਇਹ ਅਸਲ 'ਚ tan a ਪਲਸ b ਦਾ ਹੀ ਇਨਵਰਸ ਫਾਰਮ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ tan a ਪਲਸ b ਦੇ ਜਿਹੜੇ ਫਾਰਮੂਲੇ ਸੀ ਉਹਨਾਂ ਦਾ ਹੀ ਇਨਵਰਸ ਫਾਰਮ ਹੈ, ਠੀਕ ਹੈ। ਤਾਂ ਜੇ ਸਾਨੂੰ ਉਹ ਯਾਦ ਹੈ ਤਾਂ ਇਹ ਸਾਨੂੰ ਈਜ਼ੀਲੀ ਯਾਦ ਹੋ ਜਾਣੀ ਹੈ। ਤਾਂ ਹੀ ਇਹਨੂੰ ਮੈਂ ਰਿਲੇਟ ਕਰਤਾ ਇੱਕ ਦੂਸਰੇ ਨਾਲ ਤਾਂ ਕਿ ਤੁਹਾਨੂੰ ਜੇ ਦੋਵਾਂ 'ਚੋਂ ਇੱਕ ਫਾਰਮੂਲਾ ਯਾਦ ਹੈ ਤਾਂ ਤੁਸੀਂ ਦੂਸਰਾ ਫਾਈਂਡ ਕਰੋ। ਜੇ ਤੁਹਾਨੂੰ tan a ਪਲਸ b ਯਾਦ ਹੈ ਤਾਂ ਤੁਸੀਂ ਆਹ ਵਾਲਾ ਫਾਰਮੂਲਾ ਈਜ਼ੀਲੀ ਡਿਰਾਈਵ ਕਰ ਸਕਦੇ ਹੋ, ਆਪਦੇ ਆਪ ਵੀ ਬਣਾ ਸਕਦੇ ਹੋ। ਇਸੇ ਤਰ੍ਹਾਂ ਜਿਹੜਾ ਦੂਸਰਾ ਪਾਰਟ ਹੈ ਇਹ tan a ਮਾਈਨਸ b ਵਾਲਾ ਫਾਰਮੂਲੇ ਦਾ ਇਨਵਰਸ ਪਾਰਟ ਹੈ। ਤਾਂ ਉਹਦੇ 'ਚ ਕਿਉਂਕਿ ਇੱਥੇ ਮਾਈਨਸ ਹੁੰਦਾ ਤਾਂ ਇਹਦੇ 'ਚ ਵੀ ਮਾਈਨਸ ਆ ਜਾਊਗਾ, ਇੱਥੇ ਉਹਦੇ 'ਚ ਮਾਈਨਸ ਹੁੰਦਾ ਇੱਥੇ ਪਲੱਸ ਹੁੰਦਾ ਤਾਂ ਇੱਥੇ ਉਲਟ ਨਿਸ਼ਾਨ ਤੁਹਾਡੇ ਸਾਹਮਣੇ ਆ ਰਹੇ ਨੇ। ਸਿਰਫ ਸਾਰਾ ਕੰਮ ਇਸੇ ਤਰੀਕੇ ਨਾਲ ਹੀ ਹੋ ਜਾਏਗਾ, ਠੀਕ ਹੈ। ਸੋ ਇਸ ਤਰੀਕੇ ਨਾਲ ਇਹ ਦੋ ਫਾਰਮੂਲੇ ਨੇ, ਬਹੁਤ ਇੰਪੋਰਟੈਂਟ ਨੇ, ਬੜਾ ਅਸੀਂ ਇਹਨਾਂ ਦਾ ਯੂਜ਼ ਆਉਣ ਵਾਲੇ ਕੁਐਸਚਨ ਦੇ ਵਿੱਚ ਕਰਾਂਗੇ। ਆਓ ਹੁਣ ਆਪਾਂ ਇਸ ਪ੍ਰੋਪਰਟੀ ਨਾਲ ਰਿਲੇਟਡ ਕੁਝ ਐਗਜ਼ਾਮਪਲਸ ਕਰਦੇ ਹਾਂ। ਇਹਦੇ 'ਚ ਫਸਟ ਹੈਗਾ ਐਗਜ਼ਾਮਪਲ 9, tan ਇਨਵਰਸ 3/4 plus tan inverse 4/3 equals to pi/2। ये प्रूव करना है। तो इसे लेफ्ट हैंड साइड लेके चलते हैं। tan inverse 3/4 plus tan inverse 4/3 ये हम बन गया tan inverse x plus tan inverse y। तो यदि वैल्यू की होंगी है tan inverse x plus y अपॉन 1 माइनस एक्स वाई, ठीक है। ऊपर एलसीएम ले लेंगे, 12 एलसीएम आ जाऊगा 9 + 16/12 हो जाऊगा। ये तो बाद आ जो हेठले पासे है हेठा की होएगा, हेठा 3 नाल 3 कैंसल हो जाएगा, 4 नाल 4 कैंसल हो जाएगा, ये 1 बन जाएगा। तो 1 - 1 हो जाएगा। 1 - 1 की होंगे 0 तो समथिंग डिवाइडेड बाय 0 इक्वल्स टू इनफिनिटी होंगे तो tan इनवर्स इनफिनिटी की वैल्यू pi/2 होंगी, ठीक है। सो इस तरीके आ गई वैल्यू साडी, आंसर आ गया RHS आ गया। ਇਹਨੂੰ ਅਸੀਂ ਦੂਸਰੇ ਮੈਥਡ ਨਾਲ ਵੀ ਕਰ ਸਕਦੇ ਸੀਗੇ ਵੀ ਇਹ tan ਇਨਵਰਸ 4/3 ਹੈ। ਤਾਂ ਅਸੀਂ ਇੱਕ ਫਾਰਮੂਲਾ ਪੜ੍ਹਿਆ ਸੀਗਾ tan ਇਨਵਰਸ 1/x ਇਕੁਅਲਸ ਟੂ cot ਇਨਵਰਸ x, ਯਾਨੀ ਜੇ ਅਸੀਂ ਇਹਨੂੰ ਉਲਟਾ ਦਈਏ ਤਾਂ cot ਬਣ ਸਕਦਾ। ਇਹਨੂੰ ਅਸੀਂ ਉੱਥੇ ਵੀ ਸਮਝ ਸਕਦੇ ਹਾਂ ਜਿਵੇਂ ਸਾਡੇ ਕੋਲੇ ਟਰਾਇੰਗਲ ਬਣਾ ਕੇ ਅਸੀਂ ਕੀਤੇ ਸੀਗੇ ਤਾਂ ਉਹਦੇ ਵਿੱਚ ਵੀ ਸਮਝ ਸਕਦੇ ਹਾਂ tan 4/3 ਹੈ। tan 4/3 ਦਾ ਮਤਲਬ परपेंडिकुलर ओवर बेस 4 परपेंडिकुलर है तो बेस है तो यदा जो इसी कॉट बनावे तो यदा उल्टा बन जाएगा 4/3 तो 3/4 बन जाएगा। सो इस तरीके ना tan इनवर्स 4/3 में असी लिख सकते हैं कॉट इनवर्स 3/4, चाहे तो आ फार्मूला समझ के कर लो इसनों तो चाहे इस तरीके ना समझ, दोवें तरीके ना गल। हुण ये बन गया tan इनवर्स x प्लस कॉट इनवर्स x तो यदी वैल्यू होंगी है pi/2। ये भी असी प्रॉपर्टी पढ़ी उपर, यदा आंसर आ गया pi/2। सो आ जो मैथड है तो असी हर थां पर यूज़ कर सकते हैं। आ मैथड किसी किसी
क्वेश्चन ਦੇ ਵਿੱਚ ਯੂਜ਼ ਹੋਏਗਾ, ਜਿੱਥੇ ਪਹਿਲਾਂ ਤਾਂ ਚੈੱਕ ਕਰੋ ਵੀ ਆਨਸਰ π/2 ਆਉਂਦਾ ਹੋਵੇ। ਦੂਸਰਾ ਇੱਥੇ ਆ ਇਹਦੇ ਉਲਟੇ ਹੋਣ ਤੇ ਇੱਥੇ tan ਦਾ cot ਬਣ ਜੂਗਾ ਤੇ tan cot ਬਣ ਕੇ ਫਿਰ ਆਨਸਰ ਆਵੇਗਾ। ਯਾਨੀ ਆ ਤਾਂ ਮੈਥਡ ਅਸੀਂ ਹਰ ਥਾਂ ਅਪਲਾਈ ਕਰ ਸਕਦੇ ਹਾਂ। ਆਹ ਮੈਥਡ ਕੁਛ ਚੁਣੇ ਹੋਏ ਸਵਾਲਾਂ 'ਚ ਅਪਲਾਈ ਹੋਏਗਾ। ਨੈਕਸਟ ਆਪਣੇ ਕੋਲੇ ਪ੍ਰੂਵ ਦੈਟ tan ਇਨਵਰਸ 1/2 plus tan ਇਨਵਰਸ 1/5 plus tan ਇਨਵਰਸ 1/8 equals to π/4। ਤਾਂ ਇਹਦੀ ਲੈਫਟ ਹੈਂਡ ਸਾਈਡ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ। ਇਹਦੇ 'ਚ ਹੁਣ 3 ਦਿੱਤੇ ਹੋਏ tan, ਤਾਂ ਅਸੀਂ ਕੀ ਕਰਾਂਗੇ, ਪਹਿਲਾਂ ਪਹਿਲੇ ਦੋਵਾਂ ਤੇ tan ਇਨਵਰਸ x plus tan ਇਨਵਰਸ y ਵਾਲਾ ਫਾਰਮੂਲਾ ਅਪਲਾਈ ਕਰਾਂਗੇ। ਤਾਂ tan ਇਨਵਰਸ ਹੋ ਜਾਏਗਾ x plus y upon 1 minus xy। ਉੱਪਰ ਐਲਸੀਐਮ ਲੈ ਲਓ, tan ਐਲਸੀਐਮ ਆ ਜਾਏਗਾ 5 plus 2 ਹੋ ਜਾਏਗਾ। ਹੇਠਾਂ ਆ भी 1/10 है, दोनों मल्टीप्लाई करांगे तो 1 × 1 1 हो जाएगा, 2 × 5 10 हो जाएगा। तो 10 फिर एलसीएम आ जाएगा, 10 - 1/10 हो जाएगा। आ 10 आपस च कैंसल हो जाएंगे। तो साढ़े को की बचूगा 7/9, तो इतने आ गया 7/9 ਦੇ ਨਾਲ आ गया tan इनवर्स 1/8। ਹੁਣ फिर इतने tan इनवर्स x plus tan इनवर्स y वाला फार्मूला, tan इनवर्स x plus y upon 1 minus xy। ਉਸੇ ਤਰੀਕੇ ਨਾਲ ਉੱਪਰ ਐਲਸੀਐਮ ਲਵਾਂਗੇ, ਥੱਲੇ ਵੀ ਐਲਸੀਐਮ ਲਵਾਂਗੇ। 72 ਐਲਸੀਐਮ ਕੈਂਸਲ ਹੋ ਜਾਣਗੇ ਇੱਕ ਦੂਜੇ ਨਾਲ। ਇਹਨਾਂ ਦੋਵਾਂ ਦਾ ਸਮ 65, ਇਹਨਾਂ ਦੋਹਾਂ ਦਾ ਮਾਈਨਸ ਕਰਾਂਗੇ ਤਾਂ ਵੀ 65 ਕੈਂਸਲ ਹੋ ਗਏ, tan ਇਨਵਰਸ 1 ਬਣ ਗਿਆ। ਤੇ tan ਇਨਵਰਸ 1 ਤੁਹਾਨੂੰ ਪਤਾ ਹੈ π/4। ਸੋ ਇਸ ਤਰੀਕੇ ਨਾਲ ਇਹਦਾ RHS ਇਹਦਾ ਵੀ ਆ ਗਿਆ। ਨੈਕਸਟ ਆਪਣੇ ਕੋਲੇ cot ਇਨਵਰਸ 7 plus cot ਇਨਵਰਸ 8 plus cot ਇਨਵਰਸ 18 equals to cot ਇਨਵਰਸ 3 ਪ੍ਰੂਵ ਕਰਨਾ। ਇਹਦੀ ਵੀ ਇਸੇ ਤਰ੍ਹਾਂ ਲੈਫਟ ਹੈਂਡ ਸਾਈਡ ਲੈ ਕੇ ਸ਼ੁਰੂ ਕਰਾਂਗੇ। ਹੁਣ ਕਿਉਂਕਿ cot ਇਨਵਰਸ ਦਾ ਅਸੀਂ ਫਾਰਮੂਲਾ ਨਹੀਂ ਕਰਿਆ ਸੀ, ਤਾਂ tan ਦਾ ਕੀਤਾ, ਤਾਂ ਇਹਨੂੰ tan 'ਚ ਕਨਵਰਟ ਕਰ ਲਾਂਗੇ ਉਲਟਾ ਕੇ, ਜਿਵੇਂ ਅਸੀਂ ਪਹਿਲਾਂ ਵੀ ਸਮਝਿਆ ਸੀ। ਤਾਂ cot ਦਾ ਆ ਜਿਹੜਾ ਇੱਥੇ ਹੈਗਾ 7/1 ਹੈ, ਇਹਨੂੰ 1/7 ਕਰ ਲਓ, ਇੱਥੇ tan ਇਨਵਰਸ ਹੋਊਗਾ। ਤਾਂ ਆਹ ਵਾਲਾ ਫਾਰਮੂਲਾ ਜਿਵੇਂ ਅਸੀਂ ਕੀਤਾ ਸੀ, tan ਇਨਵਰਸ 1/x equals to cot इनवर्स x प्रॉपर्टी ऊपर करते हैं। तय हो जाएगा tan इनवर्स 1/7 plus tan इनवर्स 1/8 plus tan इनवर्स 1/18। पहला इस तरह पहले दोवां ते असी फॉर्मूला लावांगे tan इनवर्स x plus y, tan इनवर्स x plus y upon 1 minus xy। उस तरह एलसीएम लवांगे, एलसीएम आपस कैंसल हो जाएंगे, आ जाऊगा 15/55। ये भी 5 के टेबल से कैंसल हो जाएंगे, 3/11 आ जाएगा। ठीक है कि नहीं। तो हम tan इनवर्स 3/11 plus tan इनवर्स 1/18, ये तो फिर असी tan इनवर्स x plus tan इनवर्स y वाला फॉर्मूला लाया तो सॉल्व किया। साढ़े को आ गया आ चीज़ 65, tan इनवर्स 65 upon 195। ये आपस 65 के टेबल से कैंसल होके 1/3 हो जाएगा। तो tan इनवर्स 1/3। ਹੁਣ ਇੱਥੇ ਵੈਸੇ ਤਾਂ ਸਾਡਾ ਕੁਐਸਚਨ ਮੁੱਕ ਗਿਆ, ਪਰ ਸਾਨੂੰ ਪ੍ਰੂਵ ਕਰਨ ਨੂੰ ਕਿਹਾ cot ਇਨਵਰਸ 3, ਤਾਂ ਇਹਨੂੰ ਅਸੀਂ tan ਨੂੰ cot 'ਚ ਕਨਵਰਟ ਕਰ, ਤਾਂ ਇਹਦਾ ਆਨਸਰ ਆ ਜਾਏਗਾ। ਇਹਦਾ ਉਲਟਾ ਦੇਾਂਗੇ, ਉਲਟਾ ਕਰ ਦੇਾਂਗੇ। ਉਹ ਵਾਲਾ ਫਾਰਮੂਲਾ tan ਇਨਵਰਸ 1/x equals to cot ਇਨਵਰਸ x ਹੁੰਦਾ, ਤਾਂ ਆਪ 3/1 ਹੋ ਜਾਏਗਾ। cot ਇਨਵਰਸ 3/1 ਜਾਂ cot ਇਨਵਰਸ 3 ਕਹਿ ਸਕਦੇ ਹਾਂ, ਇਕੁਅਲ ਟੂ RHS। ਜੇ ਸਾਨੂੰ ਪ੍ਰੂਵ ਕਰਨ ਨੂੰ ਨਾ ਕਿ ਹਮ ਸਿੱਧਾ ਹੀ ਕਹਿੰਦੇ ਵੀ ਫਾਈਂਡ ਦ ਵੈਲਿਊ ਆਫ ਦਿਸ, ਤਾਂ ਇੱਥੇ ਹੀ ਖਤਮ ਹੋ ਸਕਦਾ। पर क्योंकि सानू आ चीज़ प्रूव करने कही है, तो सानू वो कन्वर्ट करना पड़ेगा। ठीक है जी। नैक्सट साढ़े को प्रॉपर्टी 7, साइन इनवर्स x प्लस साइन इनवर्स y इक्वल्स टू साइन इनवर्स x स्क्वायर रूट ऑफ 1 माइनस वाई स्क्वायर प्लस y स्क्वायर रूट ऑफ 1 माइनस x स्क्वायर एंड साइन इनवर्स x माइनस साइन इनवर्स y इक्वल्स टू साइन इनवर्स x स्क्वायर रूट ऑफ 1 माइनस वाई स्क्वायर माइनस y इंटू स्क्वायर रूट ऑफ 1 माइनस x स्क्वायर। तो ये भी ए बी फॉर्मूले साइन वाले ने है, साइन ए बी फॉर्मूले लाओ। साइन ए प्लस बी का इक्वल सीगा साइन ए कॉस बी प्लस कॉस ए साइन बी। इस तरह इधर जो साइन इधर लियावांगे तो साइन इनवर्स हो जाएगा, इधर ए प्लस बी हो जाएगा। ए प्लस बी इक्वल्स टू साइन इनवर्स साइन ए कॉस बी प्लस कॉस ए साइन बी। हम लैट कर लाँगे साइन ए इक्वल्स टू एक्स एंड साइन बी इक्वल्स टू वाई। तो इतों ए की वैल्यू कटांगे तो साइन इनवर्स एक्स हो जाएगा, इतों बी की वैल्यू कटांगे तो साइन इधर आके साइन इनवर्स हो जाएगा। तो हम क्योंकि सानू इत्थे साइन ए कॉस साइन बी की नाल कॉस बी की वैल्यू भी चाहिए है, तो असीं कॉस ए भी फाइंड कर लेंगे। कॉस ए इक्वल्स टू कहते होंगे स्क्वायर रूट ऑफ 1 माइनस साइन स्क्वायर। असीं ये
10th ਦੇ ਵਿੱਚ ਪੜ੍ਹਿਆ ਸੀਗਾ cos ਥੀਟਾ ਇਕੁਅਲਸ ਟੂ 1 ਮਾਈਨਸ ਸਕੁਆਇਰ ਰੂਟ ਆਫ 1 ਮਾਈਨਸ ਸਾਇਨ ਸਕੁਆਇਰ ਥੀਟਾ ਜਾਂ ਸਾਇਨ ਸਕੁਆਇਰ ਥੀਟਾ ਪਲਸ cos ਸਕੁਆਇਰ ਥੀਟਾ ਇਕੁਅਲਸ ਟੂ 1 ਵਾਲਾ ਫਾਰਮੂਲਾ ਕੀਤਾ ਸੀਗਾ, ਉਹੀ ਹੈ ਇਹ। ਤਾਂ 1 ਮਾਈਨਸ ਸਾਈਨ A ਦੀ ਵੈਲਿਊ x ਹੈ, 1 ਮਾਈਨਸ x ਸਕੁਆਇਰ ਹੋ ਜਾਏਗਾ। cos B ਇਕੁਅਲਸ ਟੂ ਕੀ ਹੋਏਗਾ, ਸਕੁਆਇਰ ਰੂਟ ਆਫ 1 ਮਾਈਨਸ ਸਾਇਨ ਸਕੁਆਇਰ B। ਇੱਥੇ 1 ਮਾਈਨਸ ਸਾਈਨ B ਦੀ ਵੈਲਿਊ y ਅਸੀਂ ਪੁੱਟ ਕਰ ਦੇਂਗੇ, 1 ਮਾਈਨਸ y ਸਕੁਆਇਰ ਦਾ ਸਕੁਆਇਰ ਰੂਟ ਹੋ ਜਾਏਗਾ। ਠੀਕ ਹੈ ਨਾ, ਇਹ ਵੈਲਿਊ ਸਾਰੀਆਂ ਇਹਦੇ ਵਿੱਚ 1 ਦੇ ਵਿੱਚ ਅਸੀਂ ਪੁੱਟ ਕਰ ਦੇਂਗੇ। A ਦੀ ਥਾਂ ਤੇ ਆ ਜਾਊਗਾ ਸਾਈਨ ਇਨਵਰਸ x, B ਦੀ ਥਾਂ ਤੇ ਆ ਜਾਊਗਾ ਸਾਈਨ ਇਨਵਰਸ y, ਇੱਥੇ ਆ ਜਾਊਗਾ ਸਾਈਨ ਇਨਵਰਸ ਹੈਗੀ ਹੈ, ਸਾਈਨ A ਦੀ ਥਾਂ ਤੇ ਆ ਜਾਏਗਾ x, cos B ਦੀ ਥਾਂ ਤੇ ਆ ਜਾਏਗਾ ਸਕੁਆਇਰ ਰੂਟ ਆਫ 1 ਮਾਈਨਸ y ਸਕੁਆਇਰ। ਇਸੇ ਤਰ੍ਹਾਂ cos A ਦੀ ਥਾਂ ਤੇ ਆ ਜਾਏਗਾ ਸਕੁਆਇਰ ਰੂਟ ਆਫ 1 ਮਾਈਨਸ x ਸਕੁਆਇਰ, ਤੇ ਸਾਈਨ B ਦੀ ਥਾਂ ਤੇ ਆ ਜਾਏਗਾ। ਠੀਕ ਹੈ ਨਾ, ਇਸੇ ਪ੍ਰਕਾਰ ਜਿਹੜਾ ਇਹਦਾ ਸੈਕੰਡ ਪਾਰਟ ਹੈ ਉਹ ਸਾਈਨ A ਮਾਈਨਸ B ਵਾਲਾ ਫਾਰਮੂਲਾ ਅਸੀਂ ਲਾ ਕੇ ਆਹ ਵਾਲਾ ਜਿਹੜਾ ਹੈਗਾ ਫਾਰਮੂਲਾ ਡਰਾਈਵ ਕਰ ਸਕਦੇ। ਠੀਕ ਹੈ ਜੀ, ਆਓ ਹੁਣ ਆਪਾਂ ਇਹਦੇ ਨਾਲ ਰਿਲੇਟਡ ਕੁਝ ਕੁਐਸਚਨਸ ਕਰ ਲਈਏ। ਸਾਈਨ ਇਨਵਰਸ 3/5 ਪਲਸ ਸਾਈਨ ਇਨਵਰਸ 4/5 ਇਕੁਅਲ ਟੂ π/2 ਪ੍ਰੂਵ ਕਰਨਾ। ਤਾਂ ਉਸੇ ਤਰੀਕੇ ਨਾਲ ਪ੍ਰੂਵ ਕਰਨਾ ਚਾਹੀਏ। ਇਹਦੀ ਲੈਫਟ ਹੈਂਡ ਸਾਈਡ ਲੈ ਲਈ, ਲੈਫਟ ਹੈਂਡ ਸਾਈਡ ਲੈ ਲਈ ਤਾਂ ਇਹ ਬਣ ਗਿਆ ਸਾਈਨ ਇਨਵਰਸ x ਪਲਸ ਸਾਈਨ ਇਨਵਰਸ y। ਤਾਂ ਇਹਦਾ ਫਾਰਮੂਲਾ ਅਸੀਂ ਲਾ ਲਿਆ ਸਾਈਨ ਇਨਵਰਸ x ਇੰਟੂ ਸਕੁਆਇਰ ਰੂਟ ਆਫ 1 ਮਾਈਨਸ y ਸਕੁਆਇਰ प्लस y इंटू स्क्वायर रूट ऑफ 1 माइनस एक्स। ठीक है ना, आधा एक्स तो y। ठीक है, ये एन स्क्वायर में ओपन कर लिया, 4 का स्क्वायर 16, 5 का स्क्वायर 25 हो जाएगा, इतने 3 का 5 9, 5 का स्क्वायर 25 हो जाएगा। हम इतने अंदर एलसीएम ले जाएंगे, 25 एलसीएम आ जाएगा, इतने अंदर 25 एलसीएम आ जाएगा, ये हो जाएगा 25 माइनस 16, ये हो जाएगा 25 माइनस 9। ठीक है ना, 25 माइनस 16 9 हो जाएगा, 9/25। इतने 25 माइनस 9 ये 16 हो जाएगा, 16 बाय 25 का स्क्वायर रूट हो जाएगा। हम इन्हों का स्क्वायर रूट ले लो, 3 9 का स्क्वायर रूट 3, 25 का स्क्वायर रूट 5, 16 का स्क्वायर रूट 4, 25 का स्क्वायर रूट 5। इन्हों मल्टीप्लाई करांगे, ये हो जाएगा 9/25, ये हो जाएगा 16/25, 25 एलसीएम ले लेंगे, इतने हो जाएगा 9 + 16, दोनों का सम कराया 25/25 हो जाएगा, कैंसल करके 1 आ जाएगा। तो साइन इनवर्स 1 की वैल्यू π/2। ठीक है, ये तो अलावा असी इनू दूसरे मैथड नाल भी कर सकते थे। दूसरा मैथड किहड़ा सीगा भला, जिहड़ा जिस तरीके नाल असी टैन वाला कीता सी, क्योंकि आंसर π/2 आ रहा है ना, तो आ जिहड़ा दूसरा साइन है इनू असी इस तरह इत्थे बना लांगे ट्रायंगल, तो साइन नू कॉस च कन्वर्ट कर लांगे। साइन नू कॉस च किवें, देखो साइन यह हैगा साइन इनवर्स 4/5 है, साइन इनवर्स 4/5 का मतलब परपेंडिकुलर है 4 है, तो हाइपोटेन्यूस 5 है। बेस ਇਹਦਾ फाइंड कर लो, बेस इक्वल टू काहदे हुंदा है 5 का स्क्वायर माइनस 4 का स्क्वायर हो जाएगा, ये हो जाएगा 25 माइनस 16, तो ये हो जाएगा 9 का स्क्वायर रूट, ये हो जाएगा 3 आ गया। तो ये हम साइन इनवर्स 4/5 का जो दी वैल्यू है वो की बन जूगी हम कॉस इनवर्स बेस ओवर हाइपोटेन्यूस 3/5। तो आ दोनों बन गए ना साइन इनवर्स x प्लस कॉस इनवर्स x, ये वैल्यू π/2। ठीक है ना, वो वाला फार्मूला साइन इनवर्स x प्लस कॉस इनवर्स x इक्वल टू π/2। तो इस तरीके भी ना किया जा सकता। ठीक है, नैक्सट है गैस साढ़े कोले साइन इनवर्स 3/5 माइनस साइन इनवर्स 8/17 इक्वल टू कॉस इनवर्स ऑफ दिस करना। यदि लैफ्ट हैंड साइड लैके शुरू करते हैं, लैफ्ट हैंड साइड के दोनों साइन इनवर्स x माइनस साइन इनवर्स y वाला फार्मूला लग सकता है। वो लावांगे तो साइन इनवर्स x इंटू 1 माइनस y स्क्वायर का स्क्वायर रूट माइनस y इंटू 1 माइनस x स्क्वायर का स्क्वायर रूट। ठीक है, उस तरह स्क्वायर करे दोवें पासे, एलसीएम लैके आंसर आ गया, यदा आंसर आ गया। हम यदा स्क्वायर रूट लावांगे 225 का स्क्वायर रूट 15 होंगे, 289 का स्क्वायर रूट 17 होंगे, 16 का स्क्वायर रूट 4 होंगे, 25 का स्क्वायर रूट 5। ठीक है, अगे हम इतने एलसीएम देखो, इन्होंने मल्टीप्लाई करांगे तो 85, इतने भी 85 आ जाऊगा, उपर इन्हों दोनों का मल्टीप्लीकेशन 45, इतने आ जाऊगा 32। तो 85 एलसीएम आ गया,
ਤਾਂ ਉੱਪਰ ਕੀ ਆ ਜਾਊਗਾ 45 ਮਾਈਨਸ 32 ਯਾਨੀ 13/85 ਇੱਥੇ ਆ ਗਿਆ ਸਾਡਾ ਆਨਸਰ। ਤਾਂ ਪਰ ਸਾਨੂੰ ਆਨਸਰ ਉਹ ਕਾਸ ਦੀ ਫਾਰਮ 'ਚ ਪੁੱਛਦੇ ਆ, ਤਾਂ ਅਸੀਂ ਕੀ ਕਰਾਂਗੇ, ਇਹਨੂੰ ਟਰਾਇੰਗਲ ਬਣਾ ਕੇ ਸਾਈਨ ਦਾ ਕਾਸ ਫਾਈਂਡ ਕਰ ਲਾਂਗੇ। ਸਾਈਨ ਕੀ ਹੁੰਦਾ ਹੈ, ਪਰਪੈਂਡੀਕੂਲਰ ਓਵਰ ਬੇਸ, ਇਹਦਾ ਮਤਲਬ 13 ਪਰਪੈਂਡੀਕੂਲਰ ਓਵਰ ਹਾਈਪੋਟੇਨਸ, ਇਹਦਾ ਮਤਲਬ ਇਹਦਾ ਪਰਪੈਂਡੀਕੂਲਰ ਤਾਂ 13 ਹੈ, ਹਾਈਪੋਟੇਨਸ 85 ਹੈ, ਤਾਂ 13 ਤੇ 85 ਲਿਖ ਲਏ। ਬੇਸ ਫਾਈਂਡ ਕਰ ਲਓ, ਇਸ ਤਰੀਕੇ ਨਾਲ ਸਾਨੂੰ ਪਾਈਥਾਗੋਰਸ ਥਿਓਰਮ ਨਾਲ ਫਾਈਂਡ ਕਰਨਾ। ਤਾਂ ਇਹ ਹੁਣ ਇਹਦਾ ਸਾਈਨ ਇਨਵਰਸ 13/85 ਇਹਨੂੰ ਕਾਸ 'ਚ ਕਰਾਂਗੇ ਤਾਂ ਕੀ ਹੋ ਜਾਏਗਾ, ਬੇਸ ਅਪੋਨ ਹਾਈਪੋਟੇਨਸ, ਤਾਂ ਇਹ ਹੋ ਜਾਏਗਾ ਕਾਸ ਇਨਵਰਸ 85 4/85। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਜਿਹੜਾ ਕੁਐਸਚਨ ਹੈਗਾ ਸਾਡਾ ਆਨਸਰ ਆ ਗਿਆ। ਠੀਕ, ਇੱਥੇ ਆਪਾਂ ਇੱਕ ਗੱਲ ਦਾ ਧਿਆਨ ਰੱਖਦੇ ਹਾਂ ਥੋੜ੍ਹਾ ਜਿਹਾ। ਵੈਸੇ ਇੱਥੇ ਅਸੀਂ ਕਟਿੰਗ ਕਰ ਸਕਦੇ ਸੀ, ਦੇਖੋ 5 ਦੀ 15 ਨਾਲ ਕਟਿੰਗ ਹੋ ਕੇ 3 ਆ ਜਾਣਾ ਸੀ ਇੱਥੇ, ਹੈ ਨਾ, ਪਰ ਅਸੀਂ ਕਟਿੰਗ ਕੀਤੀ ਨਹੀਂ, ਜਾਣਬੁੱਝ ਕੇ ਨਹੀਂ ਕੀਤੀ, ਤਾਂ ਕਿ ਆਹ ਹੇਠਾਂ ਜਿਹੜਾ ਹੈ 17 ਇੰਟੂ 5 85 ਹੈ, ਇੱਥੇ ਵੀ 85 ਦੋਵਾਂ ਦਾ ਜਿਹੜਾ ਹੈਗਾ ਡਿਨੋਮੀਨੇਟਰ ਸੇਮ ਆ ਜੇ, ਤਾਂ ਕਿ ਸਾਨੂੰ ਜਿਹੜਾ ਹੈਗਾ ਇਹਨੂੰ ਸੋਲਵ ਕਰਨ ਵਿੱਚ ਇਹਦਾ ਐਲਸੀਐਮ ਲੈਣ 'ਚ ਦਿੱਕਤ ਨਾ ਆਵੇ। ਤਾਂ ਆਹ ਚੀਜ਼ ਜਾਣਬੁੱਝ ਕੇ ਅਸੀਂ ਕਟਿੰਗ ਨਹੀਂ ਕਰਦੇ। ਤੁਸੀਂ ਚਾਹੋ ਤਾਂ ਕਟਿੰਗ ਕਰਕੇ ਫਿਰ ਦੁਬਾਰਾ ਐਲਸੀਐਮ ਲੈ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹਨਾਂ ਕੁਐਸਚਨਸ ਦੇ ਵਿੱਚ ਆਮ ਕਰਕੇ ਜੇ ਅਸੀਂ ਕਟਿੰਗ ਨਾ ਕਰੀਏ ਤਾਂ ਇਹਨਾਂ ਦੇ ਜਿਹੜੇ ਹੈਗੇ ਆ ਡਿਨੋਮੀਨੇਟਰ ਸੇਮ ਰਹਿੰਦੇ ਆ, ਉਹਦਾ ਸਾਨੂੰ ਐਲਸੀਐਮ ਲੈਣਾ ਸੌਖਾ। ਤਾਂ ਮੈਂ ਜਾਣਬੁੱਝ ਕੇ ਕਟਿੰਗ ਕਰਦਾ ਨਹੀਂ। ਤੁਸੀਂ ਚਾਹੋ ਤਾਂ ਇਹਦੀ ਕਟਿੰਗ ਕਰਕੇ ਦੁਬਾਰਾ ਐਲਸੀਐਮ ਲੈ ਕੇ ਵੀ ਆਨਸਰ ਕੱਢੋਗੇ ਤਾਂ ਵੀ ਇਹੀ ਆਏਗਾ। ਠੀਕ ਹੈ ਜੀ। ਹੁਣ ਨੈਕਸਟ ਆਪਣੇ ਕੋਲੇ ਕੁਐਸਚਨ ਹੈ, ਪ੍ਰੂਵ ਦੈਟ sin inverse of this plus sin inverse of this plus sin inverse of this equals to π/2। ਤਾਂ ਇਹਦੇ 'ਚ ਸਾਡੇ ਕੋਲੇ ਸਾਈਨ ਦੇ ਇਨਵਰਸ ਦੇ 3 ਟਰਮਸ ਨੇ। ਤਾਂ ਲੈਫਟ ਹੈਂਡ ਸਾਈਡ ਦੇ ਵਿੱਚ ਜਦੋਂ 3 ਟਰਮਸ, ਪਹਿਲਾਂ ਅਸੀਂ ਦੋਵਾਂ ਦੇ ਉੱਤੇ ਜਿਵੇਂ ਪਹਿਲਾਂ ਟੈਨ ਵਾਲੇ 'ਚ ਕੀਤਾ ਸੀਗਾ, ਤਾਂ ਦੋਵਾਂ ਦੇ ਉੱਤੇ ਸਾਈਨ ਇਨਵਰਸ x ਪਲਸ ਸਾਈਨ ਇਨਵਰਸ y ਦਾ ਫਾਰਮੂਲਾ ਲੱਗੇਗਾ। ਠੀਕ ਹੈ ਕਿ ਤੀਸਰਾ ਉਸ ਤਰ੍ਹਾਂ ਪਿਆ ਰਹੇਗਾ। ਇਹਨੂੰ ਉਸੇ ਤਰੀਕੇ ਨਾਲ ਸੋਲਵ ਕਰਾਂਗੇ ਜਿਵੇਂ ਕਰਕੇ ਆਏ ਉੱਪਰ 2-3 ਕੁਐਸਚਨ ਦੇ ਵਿੱਚ ਕਰ ਚੁੱਕੇ ਅਸੀਂ। ਤਾਂ ਉਸੇ ਤਰ੍ਹਾਂ ਸਕੁਆਇਰ ਕਰਾਂਗੇ, ਫਿਰ ਐਲਸੀਐਮ ਲਵਾਂਗੇ, ਫਿਰ ਸਕੁਆਇਰ ਰੂਟ ਲਵਾਂਗੇ, ਫਿਰ ਮਲਟੀਪਲਾਈ ਕਰਾਂਗੇ, ਫਿਰ ਐਡ ਕਰਾਂਗੇ। ਠੀਕ ਹੈ। ਤਾਂ ਆਹ ਆਨਸਰ ਆ ਜਾਊਗਾ ਸਾਈਨ ਇਨਵਰਸ 63/65। ਇੱਥੇ ਆ ਗਿਆ ਸਾਈਨ ਇਨਵਰਸ 16/65। ਫਿਰ ਇਹਦੇ ਤੇ ਫਿਰ ਫਾਰਮੂਲਾ ਸਾਈਨ ਇਨਵਰਸ x ਪਲਸ ਸਾਈਨ ਇਨਵਰਸ y ਦਾ ਲੱਗੇਗਾ। ਤੇ ਹੋ ਜਾਏਗਾ ਸਾਈਨ ਇਨਵਰਸ x इंटू 1 माइनस वाई स्क्वायर का स्क्वायर रूट, फिर y इंटू स्क्वायर रूट ऑफ 1 माइनस एक्स स्क्वायर का स्क्वायर रूट। उसी तरह स्क्वायर करांगे, एलसीएम लवांगे, तो फिर वह स्क्वायर रूट लवांगे। ठीक है ना, फिर उन्होंने मल्टीप्लाई करांगे, फिर एलसीएम लवांगे, फिर आ चीज़ आएगी, फिर इतने असीं की कर देंगे, कटिंग कर देंगे। ये कटिंग होकर 1 आ जाएगा, तो साइन इनवर्स 1 हो गया। तो साइन इनवर्स 1 का भी वैल्यू होगी है π/2। ठीक है जी, इक्वल्स टू RHS आ गया। नैक्सट साढ़े को cos इनवर्स 12/13 प्लस साइन इनवर्स 3/5 इक्वल्स टू साइन इनवर्स ऑफ 56/65। तो ये लैफ्ट हैंड साइड तो शुरू करते हैं आप। लैफ्ट हैंड साइड आ दी है, हूँ दो चीज़ा अड अड दी, तो साइन इनवर्स दे एक cos इनवर्स दे दो। ठीक है जी। ਹੁਣ ਇਹ 'ਤੇ ਨਾ ਤਾਂ ਸਾਈਨ ਵਾਲਾ ਫਾਰਮੂਲਾ ਲੱਗ ਸਕਦਾ ਹੈ, ਨਾ ਹੀ ਕਾਸ ਵਾਲਾ ਲੱਗ ਸਕਦਾ ਹੈ। ਕਾਸ ਵਾਲਾ ਫਾਰਮੂਲਾ ਅਸੀਂ ਅੱਗੇ ਪੜ੍ਹਨ ਵਾਲੇ, ਤਾਂ ਦੋਵਾਂ 'ਚ ਕੋਈ ਫਾਰਮੂਲਾ ਵੀ ਨਹੀਂ। ਤਾਂ ਕੀ ਕਰੀਏ, ਦੋਹਾਂ 'ਚੋਂ ਇੱਕ ਨੂੰ ਕਨਵਰਟ ਕਰ ਲਈਏ। ਚਾਹੇ ਤਾਂ ਸਾਈਨ ਨੂੰ ਕਾਸ 'ਚ ਕਨਵਰਟ ਕਰ ਲਓ ਅਤੇ ਕਾਸ ਵਾਲਾ ਫਾਰਮੂਲਾ ਲਾ ਦਿਓ, ਚਾਹੇ ਕਾਸ ਨੂੰ ਸਾਈਨ 'ਚ ਕਨਵਰਟ ਕਰਕੇ ਸਾਈਨ ਵਾਲਾ ਫਾਰਮੂਲਾ ਲਾ ਲਓ। ਤਾਂ ਅਸੀਂ ਕੀ ਕਰਿਆ, ਇਸ ਕਾਸ ਨੂੰ ਸਾਈਨ 'ਚ ਕਨਵਰਟ ਕਰਿਆ। ਸਾਈਨ 'ਚ ਕਿਵੇਂ ਕਨਵਰਟ ਕਰਾਂਗੇ, ਮੈਥਡ ਉਹੀ ਹੈ ਸਾਡਾ, ਟਰਾਇੰਗਲ ਬਣਾਵਾਂਗੇ। ਠੀਕ ਹੈ ਜੀ। ट्रायंगल ਦੇ ਵਿੱਚ cos ਇਨਵਰਸ 12/13 ਹੈ। ਇਟ ਮੀਨ ਇਹਦਾ ਬੇਸ 12 ਹੈ ਅਤੇ ਇਹਦੀ ਜਿਹੜੀ ਹਾਈਪੋਟੇਨਸ ਹੈ ਉਹ 13 ਹੈ। ਇਹਦਾ ਜਦੋਂ ਤੁਸੀਂ ਪਰਪੈਂਡੀਕੂਲਰ ਫਾਈਂਡ ਕਰੋਗੇ ਤਾਂ 5 ਆਏਗਾ। ਉਹ ਅਸੀਂ ਕੱਢਿਆ ਹੋਇਆ ਕਈ ਵਾਰੀ, ਤੁਸੀਂ ਕਰਕੇ ਦੇਖ ਸਕਦੇ ਹੋ। ਤਾਂ ਇਹਦਾ ਸਾਈਨ ਇਨਵਰਸ ਕੀ ਬਣ ਜਾਏਗਾ, 5/13 ਬਣ ਜਾਏਗਾ। ਤਾਂ ਸਾਈਨ ਇਨਵਰਸ 5/13 ਪਲੱਸ ਸਾਈਨ ਇਨਵਰਸ 3/5। ਹੁਣ ਸਾਈਨ ਇਨਵਰਸ x ਪਲਸ ਸਾਈਨ ਇਨਵਰਸ y, ਸਾਈਨ ਇਨਵਰਸ x ਪਲਸ ਸਾਈਨ ਇਨਵਰਸ y ਵਾਲਾ ਫਾਰਮੂਲਾ ਲਾ ਦੇंगे। उस तरह स्क्वायर करांगे, एलसीएम लवांगे, स्क्वायर रूट कटांगे, उस तो बाद मल्टीप्लाई करांगे, फिर ऐड करांगे। आंसर आ गया साइन इनवर्स 56 डिवाइडेड बाय 65। यही असीं फाइंड करना। ठीक है जी।
ਨੈਕਸਟ ਆ ਸਾਡੇ ਕੋਲ ਪ੍ਰੋਪਰਟੀ 8, ਇਹ cos ਵਾਲੀ ਪ੍ਰੋਪਰਟੀ ਆ ਗਈ, ਸਮਝ ਲਓ। cos ਇਨਵਰਸ x plus cos ਇਨਵਰਸ y equals to cos ਇਨਵਰਸ xy minus square root of 1 minus x square square root of 1 minus y square। इस तरह cos इनवर्स x माइनस cos इनवर्स y होएगा, ਤਾਂ ਮਾਈਨਸ ਦੀ ਥਾਂ ਤੇ ਪਲੱਸ ਹੋ ਜਾਏਗਾ, ਬਾਕੀ ਠੀਕ ਹੈ। ਤੇ ਇਹ ਕੀ ਅਸਲ 'ਚ cos AB ਫਾਰਮੂਲੇ cos ਵਾਲੇ, cos A plus B ਤੇ ਆ cos A minus B ਵਾਲਾ ਇਨਵਰਸ ਫਾਰਮੂਲਾ, ਠੀਕ ਹੈ। ਤਾਂ cos A plus B ਕਾਹਦੇ ਇਕੁਅਲ ਹੁੰਦਾ ਹੈ? cos A cos B minus sin A sin B। ਤਾਂ A plus B ਕਾਹਦੇ ਹੋ ਜਾਏਗਾ? cos ਉੱਧਰ ਜਾ ਕੇ ਇਨਵਰਸ ਬਣ ਜਾਏਗਾ, cos ਇਨਵਰਸ ਇਕੁਅਲ cos ਇਨਵਰਸ cos A cos B minus sin A sin B। ਹੁਣ ਅਸੀਂ ਲੈਟ ਕਰਾਂਗੇ cos A equals to x and cos B equals to y। cos A equals to x है तो A equals to हो जाएगा cos इनवर्स x, B equals to हो जाएगा cos इनवर्स y, ठीक है कि नहीं? वैल्यूज आ गई। ਹੁਣ क्योंकि सानू sin A sin B भी चाहिए तो sin A फाइंड कर लो, sin A equals to the square root of 1 minus cos square है, तय हो जाएगा 1 minus x square। sin B equals to होएगा 1 minus cos square B, तय हो जाएगा square root of 1 minus cos square। ये सारियां वैल्यूज 1 ਦੇ ਵਿੱਚ ਪੁੱਟ ਕਰਾਂਗੇ ਤਾਂ ਕੀ ਹੋ ਜਾਏਗਾ? cos ਇਨਵਰਸ x plus cos ਇਨਵਰਸ y equals to cos ਇਨਵਰਸ xy minus square root of 1 minus x square 1 minus x square। ਆ cos A cos B ਆ ਹੈਗਾ sin A sin, ਤਾਂ sin cos A cos B minus sin A sin। ਯਾਦ ਰੱਖਣਾ ਸੀ, ਪਿਛਲੇ ਵਾਰ ਵੀ ਅਸੀਂ ਥੋੜ੍ਹਾ ਜਿਹਾ ਸਟ੍ਰੈਸ ਕੀਤਾ ਸੀਗਾ, ਔਰ ਕੀ ਹੈ ਵੀ cos A plus B ਵਾਲੇ ਫਾਰਮੂਲੇ ਦੇ ਵਿੱਚ ਇੱਥੇ ਮਾਈਨਸ ਹੁੰਦਾ, A minus B ਵਾਲੇ 'ਚ ਇੱਥੇ ਪਲੱਸ ਹੁੰਦਾ, ਸਾਈਨ ਉਲਟ ਹੁੰਦਾ, ठीक है जी। तो जो नैक्सट है ਇਹਦਾ दूसरा पार्ट है वो असी A minus cos A minus B वाले फॉर्मूले फाइंड कर सकते। ਇਹਦੇ ਨਾਲ रिलेटेड एग्जाम्पल 12 प्रूव दैट cos इनवर्स 4/5 plus cos इनवर्स 12/13 equals to cos इनवर्स 33/65। तो cos इनवर्स आदि लेफ्ट हैंड साइड लैके चले, cos इनवर्स वाला फार्मूला cos इनवर्स x प्लस cos इनवर्स y वाला फार्मूला cos इनवर्स x इंटू वाई माइनस स्क्वायर रूट ऑफ 1 माइनस एक्स स्क्वायर रूट ऑफ 1 माइनस स्क्वायर कराया, फिर तो बाद एलसीएम लवांगे, एलसीएम लैके माइनस करांगे, माइनस करके फिर यदा अगे स्क्वायर रूट फाइंड कर लांगे, स्क्वायर रूट फाइंड करके इन्हों का मल्टीप्लीकेशन कर लांगे, फिर इन्हों का माइनस कर लांगे, तो आ गया cos इनवर्स 33/65, ठीक है। नैक्सट है ये साइन इनवर्स 3/5 प्लस माइनस साइन इनवर्स 8/17 इक्वल्स टू कॉस। ये उपर असी क्वेश्चन करके आए हैं पहले, साइन वाले जो क्वेश्चन असी किए थे वो ही सारा यही क्वेश्चन सीगा साडे कोले, जिवें आ देखो है ना। ਇੱਥੇ ਅਸੀਂ ਕੀ ਕਰਿਆ ਸੀ, ਸਾਈਨ ਸੀਗੇ ਦੋਨੋਂ, ਫਾਰਮੂਲਾ ਸਾਈਨ ਦਾ ਲਾਤਾ ਸੀ, ਆਨਸਰ ਜਿਹੜਾ ਆ ਗਿਆ ਸੀ ਉਹਨੂੰ ਕਾਸ ਦੇ ਵਿੱਚ ਕਨਵਰਟ ਕਰ ਦਿੱਤਾ। ਹੁਣ ਅਸੀਂ ਇਹਦਾ ਦੂਸਰੇ ਤਰੀਕੇ ਨਾਲ ਵੀ ਕਰ ਸਕਦੇ ਹੈਗੇ। ਦੂਸਰੇ ਤਰੀਕੇ ਨਾਲ ਕਿਵੇਂ ਕਰਾਂਗੇ? ਹੁਣ ਅਸੀਂ ਇੱਥੇ ਕੀ ਕਰਾਂਗੇ, ਕਿਉਂਕਿ ਆਨਸਰ ਸਾਨੂੰ ਕਾਸ 'ਚ ਚਾਹੀਦਾ ਹੈ, ਅਸੀਂ ਸ਼ੁਰੂ 'ਚ ਵੀ ਇਹਨੂੰ ਸਾਈਨ ਨੂੰ ਕਾਸ 'ਚ ਬਦਲ ਸਕਦੇ ਸੀ। ਉੱਥੇ ਕੀ ਕਰਿਆ ਸੀ, ਸਾਈਨ ਵਾਲੇ ਫਾਰਮੂਲਾ ਲਾਏ ਸੀ, ਐਂਡ ਤੇ ਸਾਈਨ 'ਚ ਆਨਸਰ ਆ ਗਿਆ ਸੀ, ਉਹਨੂੰ ਐਂਡ ਤੇ ਕਾਸ 'ਚ ਕਨਵਰਟ ਕਰ ਲਿਆ। ਹੁਣ ਅਸੀਂ ਕੀ ਕਰਾਂਗੇ, ਸਾਈਨ ਨੂੰ ਪਹਿਲਾਂ ਹੀ ਕਾਸ 'ਚ ਕਨਵਰਟ ਕਰ ਲਿਆ, ਦੋਨੇ ਸਾਈਨ ਦੋਨੇ ਕਾਸਾਂ 'ਚ ਕਨਵਰਟ ਕਰ ਲਿਆ। ਇੱਥੇ ਦੋ ਟਰਾਇੰਗਲ ਬਣਾਵਾਂਗੇ ਅਸੀਂ, ਤਾਂ ਐਸ ਸਾਈਨ ਦਾ ਕਾਸ ਬਣਾਵਾਂਗੇ, ਐਸ ਸਾਈਨ ਨੂੰ ਵੀ ਕਾਸ 'ਚ ਕਨਵਰਟ ਕਰ ਲਿਆ। ਹੁਣ ਕਾਸ ਵਾਲਾ ਫਾਰਮੂਲਾ, ਠੀਕ ਹੈ ਨਾ, ਕਾਸ ਵਾਲਾ ਫਾਰਮੂਲਾ ਕਾਸ ਇਨਵਰਸ एक्स वाई प्लस स्क्वायर रूट ऑफ 1 माइनस एक्स स्क्वायर 1 स्क्वायर रूट ऑफ 1 माइनस वाई स्क्वायर, ठीक है ना। मल्टीप्लाई करिया, इन्हों ने पहला स्क्वायर करे, फिर एलसीएम लिया, एलसीएम लैके आंसर कढ़ लिया, फिर उसका स्क्वायर रूट लिया, फिर उन्होंने मल्टीप्लाई किया, ठीक है ना। मल्टीप्लाई करके असी जो आया वो साढ़े को आपे ही कॉस के आ गया, क्योंकि असी फॉर्मूला शुरू ही साइन में कॉस कन्वर्ट कर लिया, तो फॉर्मूला कॉस वाले लाए थे, तो आंसर तो ही कॉस के आ गया, ठीक है ना। तो इन दोहें मैथड्स ना कर सकते हैं, चाहे तो उपर साइन का ला के इत्थे तक साइन आएगा, साइन में एंड ते कॉस कन्वर्ट कर लो, चाहे उत्ते ही साइना के कॉस बना के तो एंड फॉर्मूला कॉस वाला ला के आंसर अपने आप ही कॉस की फॉर्म च आएगा। सो ये दोवें मैथड्स में असीं कर सकते। तो अज आप इनू इत्थे खत्म करते हैं, कल नूं आपां नैक्सट प्रॉपर्टी है जी 9th प्रॉपर्टी कल नूं डिस्कस करांगे। सो अज इत्थे खत्म।